आज हम इनकी गवाही को सुनते हैं कि कैसे परमेश्वर ने अपने अनदेखे सामर्थी हाथ के द्वारा इनके परिवार को छूकर दुष्ट आत्मा से आजाद किया और इन्हें बच्चे के साथ आशीषित करके इनके परिवार को खुशियों से भर दिया। तो आइए देखते हैं इनकी गवाही को। सारिਆਂ ਨੂੰ ਜੈ ਮਸੀਹ ਦੀ। मेरा नाम बलजीत राम आ, ये मेरे वाइफ आ, इन्हों का नाम पूनम आ ਤੇ ਅਸੀਂ ਜਲੰਧਰ ਦੇ ਰਹਿਣ ਵਾਲੇ ਆ ਤੇ ਅੱਜ ਅਸੀਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਾਂ। 2015 ਚ ਸਾਡੀ ਮੈਰਿਜ ਹੋਈ ਤੇ ਉਸ ਤੋਂ ਸਾਲ ਬਾਅਦ ਇੱਕ ਬੇਟੀ ਨੇ ਜਨਮ ਸਾਡੇ ਘਰੇ ਲਿਆ ਤੇ ਫਿਰ ਉਸ ਤੋਂ ਕੁਝ ਸਮੇਂ ਬਾਅਦ ਇੱਕ ਬੇਟੀ ਹੋਰ ਨੇ ਸਾਡੇ ਘਰੇ ਜਨਮ ਲਿਆ ਤੇ ਅਸੀਂ ਬਹੁਤ ਖੁਸ਼ ਸੀਗੇ। ਜਦੋਂ ਸਾਡੇ ਘਰ ਦੂਜੀ ਬੇਟੀ ਨੇ ਜਨਮ ਲਿਆ ਤੇ ਅਸੀਂ ਬਹੁਤ ਖੁਸ਼ੀ ਨਾਲ ਸਾਰੇ ਜਣੇ ਰਹਿੰਦੇ ਸੀਗੇ ਤੇ ਪਰ ਅਸੀਂ ਸੋਚਦੇ ਕਿ ਸਾਡੇ ਘਰ ਬੇਟਾ ਵੀ ਹੋਣਾ ਚਾਹੀਦਾ ਕਿਉਂ ਜੋ ਸਾਡੀ ਫੈਮਿਲੀ ਕੰਪਲੀਟ ਹੋ ਜਾਵੇ। ਜਦੋਂ ਅਸੀਂ ਤੀਜੇ ਬੱਚੇ ਬਾਰੇ ਸੋਚਿਆ ਤੇ ਮੇਰੀ ਵਾਈਫ ਨੇ ਮੈਨੂੰ ਦੱਸਣਾ ਕਿ ਮੈਨੂੰ ਨਾ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਆ ਤੇ ਮੈਂ ਉਹ ਚੀਜ਼ ਨੂੰ ਮਤਲਬ ਸੀਰੀਅਸ ਨਹੀਂ ਲੈਣਾ। ਮੈਂ ਸੋਚਣਾ ਚੱਲ ਕੋਈ ਨਹੀਂ ਉੱਦਾਂ ਹੀ ਆ, ਤੂੰ ਸੌਂ ਜਾ, ਕੁਛ ਨਹੀਂ ਉੱਦਾਂ ਹੀ ਆ, ਇਹਨੂੰ ਵੀ ਮੈਂ ਹੌਸਲਾ ਦੇਣਾ ਕੁਛ ਨਹੀਂ ਹੈਗਾ। ਪਰ ਉਹ ਚੀਜ਼ ਹੌਲੀ ਹੌਲੀ ਵੱਧਦੀ ਜ਼ਿਆਦਾ ਵੱਧ ਗਈ। ਜਿੱਦਾਂ ਇਹਨੂੰ ਹੌਲੀ ਸੁਪਨੇ ਦੇ ਵਿੱਚ ਫਿਰ ਮੁਰਦਾ ਲੋਕ ਦਿਖਣ ਲੱਗ ਪਏ, ਇਹਦੇ ਕੰਨਾਂ 'ਚ ਆਵਾਜ਼ਾਂ ਵੀ ਪੈਣੀਆਂ ਕਿ ਮੈਂ ਤੇਰੇ ਵੰਸ਼ ਨੂੰ ਵਧਣ ਨਹੀਂ ਦੇਣਾ, ਤੇਰੇ ਕਦੀ ਬੇਟਾ ਨਹੀਂ ਹੋ ਸਕਦਾ। ਤੇ ਇਹ ਚੀਜ਼ ਨੂੰ ਜਦੋਂ ਇਹਨੇ ਮੈਨੂੰ ਹੌਲੀ ਹੌਲੀ ਇਹ ਚੀਜ਼ ਦੱਸਣ ਲੱਗੀ ਫਿਰ ਮੇਰੇ 'ਤੇ ਵੀ ਬਹੁਤ ਜ਼ਿਆਦਾ ਟੈਨਸ਼ਨ ਪੈ ਗਈ। ਸੁਪਨੇ ਦੇ ਵਿੱਚ ਦੁਸ਼ਟ ਆਤਮਾ ਕਹਿੰਦੀ ਜਿਸ ਮੈਂ ਤੇਰੇ ਬੱਚਾ ਨਹੀਂ ਹੋਣ ਦੇਣਾ, ਜੇ ਤੇਰੇ ਬੱਚਾ ਹੋਇਆ ਵੀ ਤੇ ਮੈਂ ਤੇਰੇ ਬੇਟੀਆਂ ਹੀ ਹੋਣੀਆਂ। ਤੇ ਇਸੇ ਕਰਕੇ ਮੈਂ ਬਹੁਤ ਜ਼ਿਆਦਾ ਡਰ ਗਈ ਸੀ ਤੇ ਮੈਂ ਕਹਿੰਦੀ ਸੀ ਮੈਂ ਬੱਚਾ ਨਹੀਂ ਕਰਨਾ। ਉਸ ਤੋਂ ਬਾਅਦ ਮੈਂ ਆਪਣੇ ਹਸਬੈਂਡ ਨਾਲ ਬਹੁਤ ਲੜਦੀ ਹੁੰਦੀ ਸੀ। ਮੈਂ ਕਹਿੰਦੀ ਨਹੀਂ ਸੀ ਮੈਂ ਨਹੀਂ ਬੱਚਾ ਕਰਨਾ, ਮੇਰੇ ਫਿਰ ਤੋਂ ਕੁੜੀ ਹੋਣੀ ਆ, ਮੈਂ ਨਹੀਂ ਬੇਬੀ ਕਰਨਾ। ਜਦੋਂ ਇਹਨਾਂ ਨੇ ਕੰਮ ਤੋਂ ਆਉਣਾ ਮੈਂ ਇਹਨਾਂ ਨੂੰ ਉਸੇ ਟਾਈਮ ਹੀ ਲੜਨ ਲੱਗ ਪਾਉਣਾ। ਇਹ ਦੁਸ਼ਟ ਆਤਮਾ ਦਾ ਕਰਕੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ। ਮੇਰਾ ਜੀ ਕਰਨਾ ਮੈਂ ਆਪਣੇ ਆਪ ਨੂੰ ਕੁਛ ਕਰ ਹੀ ਲਵਾਂ, ਮਾਰੀ ਜਾਵਾਂ, ਮੈਂ ਨਹੀਂ ਜੀਣਾ। ਤੇ ਮੈਂ ਕਹਿਣਾ ਮੈਂ ਆਪਣੇ ਪੇਕਿਆਂ ਦੇ ਘਰੇ ਰਵਾਂ, ਮੈਂ ਇੱਥੇ ਆਵਾਂ ਹੀ ਨਾ। ਮੈਂ ਇਹ ਸੋਚੀ ਜਾਣਾ ਮੈਂ ਉੱਥੇ ਹੀ ਰਵਾਂ, ਮੈਂ ਇਹਨਾਂ ਤੋਂ ਦੂਰ ਹੀ ਰਵਾਂ। ਇਹਨਾਂ ਜੇ ਮੈਂ ਇੱਥੇ ਆਈ ਤੇ ਇਹਨਾਂ ਨੇ ਕਹਿਣਾ ਫਿਰ ਆਪਾਂ ਬੇਬੀ ਪਲਾਨ ਕਰੀਏ। ਮੇਰਾ ਜੀ ਨਹੀਂ ਸੀ ਕਰਦਾ ਹੁੰਦਾ ਆਪਣੇ ਸਹੁਰੇ ਪਰਿਵਾਰ ਵਿੱਚ ਰਹਿਣ ਨੂੰ। ਤੇ ਮੈਂ ਆਪਣੀ ਸੱਸ ਨਾਲ ਵੀ ਬਹੁਤ ਮੰਨ ਲਓ ਜਦੋਂ ਉਹਨਾਂ ਨੇ ਤਾਂ ਕਹਿਣਾ ਹੀ ਹੁੰਦਾ ਸੀ ਹਾਂ ਵੀ ਸਾਡਾ ਵੰਸ਼ ਵਧੇ, ਮੈਂ ਉਹਨਾਂ ਨਾਲ ਵੀ ਮੰਨ ਲਓ ਬਹੁਤ ਗੁੱਸੇ ਵਿੱਚ ਰਹਿਣਾ। ਮੈਨੂੰ ਇੱਦਾਂ ਲੱਗਦਾ ਜਿੱਦਾਂ ਮੇਰੇ ਨਾਲ ਹੀ ਕੋਈ ਖਲੋਤਾ ਹੋਇਆ, ਮੇਰੇ ਨਾਲ ਕੋਈ ਗੱਲਾਂ ਕਰਨ ਦਿਆ, ਮੈਂ ਉਹਨੂੰ ਜਵਾਬ ਵੀ ਦੇਣੇ ਗੱਲਾਂ ਦੇ। ਮੈਂ ਉਹਨੂੰ ਕਹਿਣਾ ਨਹੀਂ ਇੱਦਾਂ ਨਹੀਂ ਹੋਣੀ, ਇੱਦਾਂ ਨਹੀਂ ਹੋਣੀ। ਕਹਿੰਦਾ ਨਹੀਂ ਕਿਉਂ ਨਹੀਂ, ਮੈਂ ਹੀ ਤੇਰੇ ਬੇਟੀਆਂ ਕੀਤੀਆਂ ਵਾ, ਹੁਣ ਵੀ ਜਦੋਂ ਤੂੰ ਬੱਚਾ ਕੀਤਾ ਫੇਰ ਵੀ ਤੇਰੇ ਬੇਟੀਆਂ ਹੀ ਹੋਣੀਆਂ ਵਾ। ਜਦੋਂ ਮੈਂ ਬਿਮਾਰ ਰਹਿਣ ਲੱਗੀ ਤੇ ਮੇਰੇ ਹਸਬੈਂਡ ਨੇ ਬੱਚਿਆਂ ਨੂੰ ਵੀ ਤਿਆਰ ਕਰਨਾ, ਘਰ ਦਾ ਕੰਮ ਵੀ ਕਰਨਾ। ਉਸ ਤੋਂ ਬਾਅਦ ਇਹਨਾਂ ਨੇ ਕੰਮ ਸਾਰਾ ਕਰਕੇ ਤੇ ਇਹਨਾਂ ਨੇ ਕੰਮ ਤੇ ਵੀ ਜਾਣਾ, ਆਪਣੇ ਕੰਮ ਤੋਂ ਆ ਕੇ ਫੇਰ ਘਰ ਦਾ ਕੰਮ ਕਰਨਾ। ਮੈਂ ਸਿਰਫ ਲੰਮੀ ਪਈ ਰਹਿੰਦੀ ਹੁੰਦੀ ਸੀ, ਮੇਰੇ ਤੋਂ ਕੋਈ ਕੰਮ ਨਹੀਂ ਸੀ ਹੁੰਦਾ, ਮੈਂ ਥੱਕੀ ਨਹੀਂ ਰਹਿਣਾ। ਜਦੋਂ ਮੇਰੀ ਵਾਈਫ ਨੇ ਮੈਨੂੰ ਇੱਦਾਂ ਕਹਿਣਾ ਵੀ ਅਸੀਂ ਗਾਂ ਬੇਟਾ ਨਹੀਂ ਕੋਈ ਵੀ ਕਰਨਾ, ਇਹਨੇ ਮੈਨੂੰ ਬਾਰ-ਬਾਰ ਇੱਕੋ ਗੱਲ ਹੀ ਕਹਿਣੀ ਕਿ ਤੁਸੀਂ ਦੂਜੀ ਮੈਰਿਜ ਕਰ ਲਓ। ਮੈਂ ਤੁਹਾਨੂੰ ਆਪ ਕਹਿੰਦੀ ਆ ਲੜਾਈ ਝਗੜਾ ਇੰਨਾ ਜ਼ਿਆਦਾ ਸਾਡੇ ਘਰ 'ਚ ਵੱਧ ਗਿਆ ਸੀ, ਬਹੁਤ ਜ਼ਿਆਦਾ। ਫਿਰ ਇੱਕ ਦਿਨ ਮੇਰੇ ਬੱਸੋਂ ਬਾਹਰ ਮਤਲਬ ਲੜਾਈ ਝਗੜਾ ਹੋ ਗਿਆ। ਮੈਂ ਇਹਦੇ ਫਿਰ ਪਾਪਾ ਨੂੰ ਫੋਨ ਲਾਇਆ, ਉਹਨਾਂ ਨੇ ਫਿਰ ਇਹਦੀ ਮੰਮੀ ਨੂੰ ਫੋਨ ਕੀਤਾ, ਇਹਦੇ ਬ੍ਰਦਰ ਤੇ ਇਹਦੀ ਮੰਮੀ ਆਏ ਸਾਡੇ ਕੋਲ। ਉਹਨਾਂ ਨੇ ਆ ਕੇ ਇਹਨੂੰ ਜਿੱਦਾਂ ਸਮਝਾਇਆ, ਬਹੁਤ ਕੋਸ਼ਿਸ਼ ਕੀਤੀ ਉਹਨਾਂ ਸਮਝਾਉਣ ਦੀ, ਪਰ ਇਹ ਉਹਨਾਂ ਦੀ ਸਮਝ ਤੋਂ ਵੀ ਬਾਹਰ ਸੀਗੀ। ਇਹ ਇੱਥੇ ਤੱਕ ਕਿ ਉਹਨਾਂ ਨੂੰ ਵੀ ਮਾਰਨ ਪੈਂਦੀ ਸੀਗੀ, ਆਪਣੇ ਬ੍ਰਦਰ ਨੂੰ, ਆਪਣੀ ਮੰਮੀ ਨੂੰ ਵੀ। ਮੈਂ ਬੜਾ ਦੁਖੀ ਪਰੇਸ਼ਾਨ ਰਹਿਣਾ, ਹਰ ਵੇਲੇ ਮੈਂ ਦੁਖੀ ਪਰੇਸ਼ਾਨ, ਕੰਮ ਤੇ ਮਨ ਨਹੀਂ ਲੱਗਣਾ, ਕੰਮ ਤੇ ਘਰੋਂ ਜਾਣਾ ਬਸ ਇੱਦਾਂ ਹੀ ਮੈਂ ਘੁੰਮ ਫਿਰ ਕੇ ਤਾਂ ਆ ਜਾਣਾ। ਜਦੋਂ ਵੀ ਮੈਂ ਕਿਸੇ ਨਾਲ ਇੱਦਾਂ ਦੀ ਗੱਲ ਕਰਨੀ ਤਾਂ ਮੈਨੂੰ ਆਪਣੇ ਆਪ ਤੇ ਸ਼ਰਮਿੰਦਗੀ ਵੀ ਬੜੀ ਹੋਣੀ ਵੀ ਮੈਂ ਕਿੱਦਾਂ ਕਿਸੇ ਨੂੰ ਕੀ ਦੱਸਾਂ ਮੇਰੀ ਮੁਸ਼ਕਲ ਕੀ ਆ। ਜਦੋਂ ਫਿਰ ਮੇਰੀ ਵਾਈਫ ਦੀ ਇੱਦਾਂ ਦੀ ਹਾਲਤ ਦੇਖਣੀ, ਕਿਉਂਕਿ ਇਹਨੇ ਪਈ ਰਹਿਣਾ, ਕੋਈ ਕੰਮ ਨਹੀਂ ਕਰਨਾ, ਤੇ ਫਿਰ ਇਹਨੂੰ ਜਦੋਂ ਆਂਢੀਆਂ ਗੁਆਂਢੀਆਂ ਨੇ ਦੇਖਣਾ ਵੀ ਇਹ ਲੰਮੀ ਪਈ ਰਹਿੰਦੀ ਆ, ਉਹਨਾਂ ਨੇ ਆ ਕੇ ਮੈਨੂੰ ਤਰ੍ਹਾਂ ਦੀਆਂ ਸਲਾਹਾਂ ਦੇਣੀਆਂ। ਕਿਸੇ ਨੇ ਮੈਨੂੰ ਕਹਿਣਾ ਵੀ ਇਹਨੂੰ ਅੰਨੇ ਜਾਤੀ ਜਗ੍ਹਾਵਾਂ 'ਤੇ ਇੱਥੇ ਲੈ ਜਾ, ਤੇ ਕਿਸੇ ਨੇ ਮੈਨੂੰ ਕਹਿਣਾ ਤੂੰ ਆਹ ਡਾਕਟਰ ਦੇ ਲੈ ਜਾ ਇਹਨੂੰ। ਤੇ ਮੈਂ ਮਤਲਬ ਬਹੁਤ ਘੁੰਮਿਆ। ਜਦੋਂ ਮੈਂ ਕਿਸੇ ਨੂੰ ਵੀ ਡਾਕਟਰ ਦੇ ਜਾਣਾ ਉਹਨਾਂ ਨੇ ਕਹਿਣਾ ਇਹਨੂੰ ਟਾਈਫਾਈਡ ਆ। ਮੈਂ ਇਹਦਾ ਬਹੁਤ ਜ਼ਿਆਦਾ ਇਲਾਜ ਕਰਵਾਇਆ ਪਰ ਕੋਈ ਵੀ ਆਰਾਮ ਨਹੀਂ, ਕੋਈ ਵੀ ਫਰਕ ਨਹੀਂ ਸੀਗਾ ਇਹਨੂੰ। ਜਦੋਂ ਘਰ ਦੇ ਹਾਲਾਤ ਇੱਦਾਂ ਦੇ ਸੀਗੇ ਹੀ ਤੇ ਫਿਰ ਮੇਰੀ ਸਿਸਟਰ ਇੱਕ ਦਿਨ ਸਾਡੇ ਘਰੇ ਆਏ, ਉਹਨੇ ਮੈਨੂੰ ਇਹ ਕਹਿਣਾ ਸਿਸਟਰ ਮੇਰੀ ਨੇ ਕਿ ਤੂੰ ਸੋਨੂੰ ਇਹਨੂੰ ਨਾ ਖਾਂਬਰਾ ਚਰਚ ਲੈ ਕੇ ਚੱਲ। ਜਦੋਂ ਫਿਰ ਮੇਰੀ ਸਿਸਟਰ ਨੇ ਮੈਨੂੰ ਖਾਂਬਰਾ ਚਰਚ ਬਾਰੇ ਦੱਸਿਆ, ਫਿਰ ਅਸੀਂ ਖਾਂਬਰਾ ਚਰਚ ਆਉਣਾ ਸ਼ੁਰੂ ਕਰ ਦਿੱਤਾ। ਅਸੀਂ ਜਦ ਪਹਿਲੀ ਵਾਰੀ ਖਾਂਬਰਾ ਚਰਚ ਆਏ ਨਾ ਤੇ ਸਾਨੂੰ ਬਹੁਤ ਵਧੀਆ ਲੱਗਾ। ਮੇਰੀ ਵਾਈਫ ਵੀ ਮੈਨੂੰ ਕਹਿਣ ਲੱਗੀ ਕਿ ਮਤਲਬ ਬਹੁਤ ਸ਼ਾਂਤੀ ਜੀ ਹੈ ਇੱਥੇ। ਫਿਰ ਅਸੀਂ ਲਗਾਤਾਰ ਖਾਂਬਰਾ ਚਰਚ ਨਾਲ ਜੁੜੇ ਰਹੇ
ਤੇ ਹਰ ਮੀਟਿੰਗ ਨੂੰ ਅਟੈਂਡ ਕਰਦੇ ਰਹੇ। ਫਿਰ ਜਦੋਂ ਵੀ ਪ੍ਰਭੂ ਦੇ ਦਾਸ ਦੁਸ਼ਟ ਆਤਮਾ ਦੇ ਜਕੜੇ ਹੋਏ ਲੋਕਾਂ ਲਈ ਪ੍ਰੇਅਰ ਕਰਦੇ ਹੁੰਦੇ ਸੀ ਤੇ ਮੇਰੀ ਵਾਈਫ ਆਪਣੇ ਲਈ ਰਿਸੀਵ ਕਰਦੀ ਸੀਗੀ ਤੇ ਮੈਂ ਵੀ ਰਿਸੀਵ ਕਰਦਾ ਹੁੰਦਾ ਸੀਗਾ। ਫਿਰ ਥੋੜੇ ਸਮੇਂ ਬਾਅਦ ਹੀ ਮੇਰੀ ਵਾਈਫ ਦੁਸ਼ਟ ਆਤਮਾ ਦੇ ਅਟੈਕ ਤੋਂ ਆਜ਼ਾਦ ਹੋ ਗਈ। ਫਰਵਰੀ 2022 ਨੂੰ ਅਸੀਂ ਚਰਚ ਆਏ ਤੇ ਉਦੋਂ ਪਰਮੇਸ਼ਵਰ ਦੇ ਦਾਸ ਨੇ ਪ੍ਰੇਅਰ ਕੀਤੀ ਕਿ ਜਿਨ੍ਹਾਂ ਭੈਣਾਂ ਦੇ ਕੋਲ ਬੇਬੀ ਨਹੀਂ ਹੈ वो इस प्रेयर ਨੂੰ रिसीव करो। खुदावंद का रूह सब बीमारों को छुए, रसौली वालों को छुए, जितनों के बेबीज नहीं उनको छुए, टच करे एक एक जन को। जितने लोग यहाँ मौजूद हैं, जितने ब्रांचेस में हैं, जितने ऑनलाइन मौजूद हैं, जितनों के पास बेबीज नहीं, जितनों के पास फाइनेंस नहीं, बिजनेस नहीं, जॉब्स नहीं, मैं आपको ब्लेस करता हूँ बेबीज के साथ, बिजनेस के साथ, फाइनेंस के साथ, बड़ी टेस्टिमनी के साथ आप वापिस आने पाएंगे यीशु मसीह के नाम में। ਜਦੋਂ ਪਰਮੇਸ਼ਰ ਦੇ ਦਾਸ ਨੇ ਉਹ ਪ੍ਰੇਅਰ ਕੀਤੀ, ਮੈਂ ਤੇ ਮੇਰੀ ਵਾਈਫ ਨੇ ਉਸ ਪ੍ਰੇਅਰ ਨੂੰ ਰਿਸੀਵ ਕੀਤਾ। ਜਦੋਂ ਮੈਂ ਮੀਟਿੰਗ ਅਟੈਂਡ ਕਰਕੇ ਘਰੇ ਗਈ ਤੇ ਮੈਂ 2 ਦਿਨ ਬਾਅਦ ਟੈਸਟ ਕੀਤਾ ਤੇ ਮੈਂ ਪ੍ਰੈਗਨੈਂਟ ਸੀ ਤੇ ਮੈਂ ਬਹੁਤ ਜ਼ਿਆਦਾ ਖੁਸ਼ ਸੀ ਤੇ ਮੇਰੇ ਅੰਦਰ ਕੋਈ ਵੀ ਡਰ ਨਹੀਂ ਸੀ। ਫਿਰ ਸਾਨੂੰ ਉਸ ਪ੍ਰੇਅਰ ਰਿਸੀਵ ਕਰਨ ਤੋਂ ਕੁਝ ਸਮੇਂ ਬਾਅਦ ਪਰਮੇਸ਼ਰ ਨੇ ਹੈਲਦੀ ਬੇਬੀ ਬੁਆਏ ਦੇ ਨਾਲ ਬਲੈਸ ਕੀਤਾ। ਜਿਹੜੇ ਲੋਕ ਦੁਸ਼ਟ ਆਤਮਾ ਦੇ ਨਾਲ ਜਕੜੇ ਹੋਏ ਆ ਜਾਂ ਜਿਨ੍ਹਾਂ ਦੇ ਕੋਲ ਬੇਬੀ ਨਹੀਂ ਆ, ਅਸੀਂ ਉਹਨਾਂ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਪਰਮੇਸ਼ਰ ਦੇ ਕੋਲ ਆਓ। ਪਰਮੇਸ਼ਰ ਸਭ ਕੁਝ ਕਰਨ ਦੀ ਤਾਕਤ ਰੱਖਦਾ, ਉਹ ਜਿੰਦਾ ਪਰਮੇਸ਼ਰ ਆ। ਸਾਡਾ ਵਿਸ਼ਵਾਸ ਹੈ ਜਿਸ ਤਰ੍ਹਾਂ ਮੇਰੀ ਵਾਈਫ ਨੂੰ ਦੁਸ਼ਟ ਆਤਮਾ ਤੋਂ ਪਰਮੇਸ਼ਰ ਨੇ ਆਜ਼ਾਦ ਕੀਤਾ ਤੇ ਸਾਨੂੰ ਬੇਬੀ ਬੁਆਏ ਦੇ ਨਾਲ ਬਲੈਸ ਕੀਤਾ, ਪਰਮੇਸ਼ਰ ਤੁਹਾਨੂੰ ਵੀ ਬਲੈਸ ਕਰੇਗਾ। ਇਸ ਵੱਡੇ ਛੁਟਕਾਰੇ ਦੇ ਲਈ ਤੇ ਇਸ ਵੱਡੀ ਗਵਾਹੀ ਦੇ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਤੇ ਪਰਮੇਸ਼ਰ ਦੇ ਦਾਸ ਦਾ ਧੰਨਵਾਦ ਕਰਦੇ ਹਾਂ ਤੇ ਪਰਮੇਸ਼ਰ ਦੀ ਦਾਸੀ ਦਾ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। जैसे कि भजन संहिता 103 अध्याय में लिखा है, वही तो तेरे प्राण को नाश होने से बचा लेता है और तेरे सिर पर करुणा और दया का मुकुट बांधता है। ये वचन इस भाई के जीवन में पूरा हुआ। सबको जय मसीह की। मेरा नाम धर्मेंद्र है, बिहार का रहने वाला हूँ। आज मैं अपने जीवन की सबसे बड़ी गवाही देने जा रहा हूँ। अभी मेरा उम्र 26 साल की है। जब मैं 14 साल का था तो 9वीं क्लास में पढ़ता था तो मैं घर से भाग के जमुनानगर आ गया हरियाणा, मैं अपने दोस्त के पास। जब मैं हरियाणा पहुंचा तो मेरे दोस्त ने मुझे प्लाईवुड के फैक्ट्री में काम दिलाया। जब मैं वहां पे काम करता था हरियाणा में तो वो लोग डेली शाम को नशा करता था शाम को। तो मुझे भी बोला करता था जो ये दारू पी लिया कर थक जाता है। मैं मना करता था उसको कि उन्होंने मेरे को बोला थोड़ा सा तू बियर पी ले। बियर उसने थोड़ा सा मेरे को पिलाया और जब मैं थोड़ा सा पिया एक दिन तो इसी तरह से डेली वो आके थोड़ा थोड़ा देने लगा और इसी तरह से पीते पीते पूरा बोतल पीना शुरू कर दिया। और इसी तरीके से बियर का बोतल पी लेता था 2-2, लेकिन नशा नहीं चढ़ता था। फिर शराब पीना शुरू किया। तो शराब पिया करते थे, डेली शाम को शराब पीते थे। यदि शराब नहीं पीते थे तो नींद नहीं आता था रात को। जब शराब पीने के बाद सिगरेट पिया करते थे। मेरे नशे की लत इतनी बढ़ गई थी कि मैं नशे के बगैर नहीं रह पाता था। और एक दिन में एक सिगरेट का डिब्बा और एक बीड़ी का बंडल, यानी कि सिगरेट जब ख़त्म हो जाता था तो मैं बीड़ी पिया करता था। कई बार रात को 2-2 बजे उठता था तो नींद नहीं आता था। फिर मैं सिगरेट पीता था और बीड़ी पीता था, उसके बाद मैं सोता था। फिर सुबह उठना तो सिगरेट से ही शुरुआत होता था। सिगरेट पीते पीते बाथरूम जाना और उसके बाद ब्रश करके चाय पीना तो फिर सिगरेट पीना। इसी तरह से नशे की आदत बढ़ता ही जा रहा था। नशे के साथ साथ मैं व्यभिचार में चला गया और मेरे मन में बहुत अलग अलग तरीके के ख्याल आता था और उसके कारण से मैं मोबाइल में गंदी गंदी पिक्चरें देखा करता था। जब मैं नशा करना शुरू किया था तो मेरा तनख्वाह 20 से 25 हज़ार था और
आधा तनख्वाह मेरा नशे में ख़त्म हो जाता था और इसी तरह से नशा बढ़ता गया। मैं जिस कंपनी में काम कर रहा था उस कंपनी में मेरे अंदर 20 बंदे काम कर रहे थे और नशे के कारण अपने काम पे नहीं जाना, नहीं ध्यान देना, उसके कारण से मैं घाटे में जाने लगा और उस कारण से मैं बंदों को पैसा नहीं दे पा रहा था, बंदा तंग कर रहा था और उस तरह से मेरे दिमाग पे और टेंशन आ रहा था। उसके कारण से मैं और शराब पीता था। तो मेरा दिमाग में ख्याल आता था जो आत्महत्या कर लूँ, मैं अपने आप को मार दूँ, ऐसे ख्याल आ रहा था। मेरे परिवार को मेरे नशे के बारे में नहीं पता था और जब मैं जमुनानगर से घर गया तो मैं अपने इलाके का जो ठेका होता है दारू का, वहाँ पे मैंने 6 बोतल दारू लिया था। तो जब मैं घर पे गया तो उस बोतल को मैंने, जिसमें गेहूँ रखता है घर में, उस ड्राम में मैंने उस बोतल को छिपा दिया, 6 बोतल का, और मैं जिस रूम में सोता था उसी रूम में रखा हुआ था। तो मेरे लिए खाना जब आता था तो मैं रूम लगा के खाना खाते समय पैक लगाता था और फिर सो जाता था। एक दिन क्या हुआ तो मेरा बहन सफाई कर रहा था सारे जगह, तो उसने देखा उसमें बोतल रखा हुआ है उस तरह का दारू का, और वो मेरे मम्मी को बता दिया ये शराब का बोतल मिला है भाई के रूम से। फिर इस तरह से मेरे घर में पता लग गया सबको जो शराब पीता है। मैं नशा छोड़ना चाहता था और कोशिश भी करता था लेकिन छूट नहीं पाता था। एक दिन छोड़ता था, फिर दूसरे दिन कोई न कोई दोस्त यार आके मेरे को पिला ही देना। हमारे गांव में एक प्रभु का दास आया और जब वो हमें देखा नशे के हालत में तो उन्होंने हमें अंकुर नरोला मिनिस्ट्री के बारे में बताया और यूट्यूब पे मैंने जब वीडियो देखना शुरू किया तो मुझे बहुत ही अच्छा लगा। फिर मैं और वो वीडियो देखना शुरू किया, फिर इसी तरह से उसका हर मीटिंग में देखना शुरू किया। फिर मैं 11 दिसंबर 2022 को मैं खावरा जज का वीडियो देख रहा था ऑनलाइन, जिसमें प्रभु का दास नशे वाली, बेविचार वाली दुष्ट आत्मा के लिए प्रार्थना कर रहे थे। तो मैंने उसे रिसीव किया। जो लोग नशे को एक बुरी आदत समझ बैठे हैं वो जानते नहीं नशा एक दुष्ट आत्मा है। ये एक तरीके से अगर छोड़ दिया तो दूसरे तरीके से आ जाएगा, लेकिन अगर दुष्ट आत्मा से मुक्ति मिली तो पूरी तरह से मुक्ति मिलेगी। और वचन कहता है दुष्ट आत्माओं से मुक्ति यीशु मसीह देते हैं। अपने हाथों को उठाकर अपनी बॉडी से बीमारी के रूप में दुष्ट आत्मा जकड़ा हुआ है, बोलो आउट 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 करो शैतान का, बोलो निकल आ निकल आ निकल जा निकल जा निकल जा निकल जा निकल जा निकल जा निकल जा। जैसे ही मैंने उस प्रार्थना को रिसीव किया अपने लिए तो पवित्र आत्मा ने मुझे छुआ और मेरे को झंझनाहट सा महसूस हुआ। और उसके सुबह अगले दिन जब मैं उठा तो मुझे नशा वशा करने का कोई मन नहीं हुआ। उस प्रार्थना को रिसीव करने के बाद न तो अब मुझे नशा करने का मन होता है, नहीं बेविचार करने का मन होता है, नहीं बुरी ख्याल आते हैं। अब मैं पूरी तरह से आज़ाद हूँ। अब मैं न तो बीड़ी का नशा करता हूँ, नहीं सिगरेट का, नहीं दारू का। अब मैं पूरी तरह से होलीनेस की जीवन जी रहा हूँ। मेरे जीवन में अब कोई पाप नहीं है। जिन लोगों के साथ मैं नशा करता था आज वही लोग मुझसे पूछते हैं यारे नशा कहाँ से तूने छोड़ा है। तो मैंने उसको बताया जो मैं यीशु मसीह पे विश्वास करता हूँ और उसके वचनों पे चलता हूँ और उसी ने मुझे नशा छुड़ाया है। आज के यूथ को मैं ये कहना चाहता हूँ जो नशे और बेविचार में है, प्रभु यीशु मसीह पे विश्वास करे, उसके पास आए, उसको सुने और समझे। जैसे आज हमें आज़ाद किया है उसी तरह से उसको भी आज़ाद कर सकता है। इस अद्भुत छुटकारे के लिए मैं परमेश्वर का धन्यवाद करता हूँ और प्रभु का दास का धन्यवाद करता हूँ। सबको जय मसीह की। तालीम दें जोर से परमेश्वर के लिए, उसके बड़े कामों के लिए।